ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਖਦੇ ਨੇ ਕਿ ਸੰਸਾਰ ਦੇ ਮਾਇਆ ਦੇ ਮੋਹ ਵਿੱਚ ਗਲਤਾਨ ਹੋਇਆਂ ਜੀਵਨ ਵਿੱਚ ਅਡੋਲਤਾ ਪੈਦਾ ਨਹੀਂ ਹੁੰਦੀ, ਜੀਵਨ ਵਿੱਚ ਟਿਕਾ ਪੈਦਾ ਨਹੀਂ ਹੁੰਦਾ, ਕਿਉਂਕਿ ਇਹ ਮਾਇਆ ਦੂਜੇ ਭਾਏ, ਇਹ ਮਾਇਆ ਮਾਲਕ ਪਰਮੇਸ਼ਰ ਦੇ ਚਰਨਾਂ ਨਾਲ ਜੁੜਨ ਨਹੀਂ ਦਿੰਦੀ, ਬਲਕਿ ਮਾਲਕ ਪਰਮੇਸ਼ਰ ਦੇ ਚਰਨਾਂ ਨਾਲੋਂ ਤੋੜ ਕੇ ਹੋਰ ਪਾਸੇ ਭਟਕਾਉਂਦੀ ਹੈ। ਸਤਿਗੁਰੂ ਜੀ ਕਹਿੰਦੇ ਜਿਹੜੇ ਲੋਕ ਮਾਲਕ ਦੀ ਟੇਕ ਛੱਡ ਕੇ ਮਾਇਆ ਦਾ ਆਸਰਾ ਲੈ ਕੇ ਜ਼ਿੰਦਗੀ ਬਤੀਤ ਕਰਦੇ ਨੇ, ਉਹਨਾਂ ਦੀ ਜ਼ਿੰਦਗੀ ਵਿੱਚ ਕਦੇ ਵੀ ਟਿਕਾ ਨਹੀਂ। ਮਾਇਆ ਦਾ ਅਰਥ ਕੇਵਲ ਪੈਸਾ ਨਹੀਂ, ਮਾਇਆ ਦਾ ਅਰਥ ਧਨ ਦੌਲਤ ਨਹੀਂ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਾਇਆ ਦਾ ਅਰਥ ਸਪਸ਼ਟ ਕਰਦੇ ਹੋਏ ਆਖਦੇ ਨੇ ਕਿ ਇਹ ਮਾਇਆ ਜਿਤ ਹਰ ਬਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਭਾਈ ਉਹ ਹਰ ਇੱਕ ਚੀਜ਼ ਮਾਇਆ ਦਾ ਰੂਪ ਹੈ, ਜਿਸ ਚੀਜ਼ ਦੇ ਨਾਲ ਜੁੜਿਆਂ ਮਾਲਕ ਭੁੱਲ ਜਾਂਦਾ ਹੈ। ਜਿਹੜੀ ਚੀਜ਼ ਨੂੰ ਪ੍ਰਾਪਤ ਕੀਤਿਆਂ ਰੱਬ ਭੁੱਲ ਜਾਵੇ, ਪਾਤਸ਼ਾਹ ਜੀ ਕਹਿੰਦੇ ਉਹ ਹਰ ਇੱਕ ਚੀਜ਼ ਮਾਇਆ ਦਾ ਰੂਪ ਹੈ। ਜਿਸ ਚੀਜ਼ ਦੇ ਨਾਲ ਰਿਸ਼ਤਾ ਜੁੜਿਆ, ਜਿਸ ਚੀਜ਼ ਦੇ ਨਾਲ ਸਾਂਝ ਬਣਿਆ, ਜਿਸ ਚੀਜ਼ ਨੂੰ ਪ੍ਰਾਪਤ ਕੀਤਿਆਂ ਰੱਬ ਦੀ ਯਾਦ ਭੁੱਲ ਜਾਵੇ, ਪਾਤਸ਼ਾਹ ਜੀ ਕਹਿੰਦੇ ਉਹ ਹਰ ਇੱਕ ਪਦਾਰਥ ਮਾਇਆ ਹੈ। ਇਹ ਮਾਇਆ ਜਿਤ ਹਰ ਬਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਫਿਰ ਜਿਹੜੀ ਚੀਜ਼ ਰੱਬ ਤੋਂ ਤੋੜਦੀ ਹੋਵੇ, ਰੱਬ ਤੋਂ ਦੂਰ ਲੈ ਕੇ ਜਾਂਦੀ ਹੋਵੇ, ਸਭ ਜੀ ਕਹਿੰਦੇ ਉਹ ਮਾਇਆ ਹੈ। ਔਰ ਇਹ ਮਾਇਆ ਜਿਹੜੀ ਹੈ ਕਦੇ ਵੀ ਮਾਲਕ ਦੇ ਚਰਨਾਂ ਨਾਲ ਜੁੜਨ ਨਹੀਂ ਦਿੰਦੀ। ਇੱਥੇ ਸਤਿਗੁਰੂ ਜੀ ਕਹਿੰਦੇ ਮਾਇਆ ਵਿੱਚ ਸਹਿਜ ਨਾ ਊਪਜੈ, ਮਾਇਆ ਦੂਜੈ ਭਾਏ। ਮਾਇਆ ਮਾਲਕ ਪਰਮੇਸ਼ਰ ਦੇ ਚਰਨਾਂ ਨਾਲ ਜੁੜਨ ਨਹੀਂ ਦਿੰਦੀ, ਔਰ ਮਾਇਆ ਧਾਰੀ ਬੰਦੇ ਦੀ ਜ਼ਿੰਦਗੀ ਵਿੱਚ ਕਦੇ ਵੀ ਟਿਕਾ ਨਹੀਂ, ਉਹ ਸਦਾ ਹੀ ਭਟਕਦਾ ਹੈ। ਸਤਿਗੁਰੂ ਜੀ ਦੀ ਬਾਣੀ ਦੇ ਅਮੋਲਕ ਬਚਨ ਕਿ ਉਹਦੇ ਜੀਵਨ ਵਿੱਚ ਕਦੇ ਵੀ ਟਿਕਾ ਨਹੀਂ। ਜਿਹੜਾ ਬੰਦਾ ਅੱਜ ਸੈਂਕੜੇ ਕਮਾਉਂਦਾ ਹੈ, ਉਹ ਚਾਹੁੰਦਾ ਹੈ ਮੈਂ ਹਜ਼ਾਰਾਂ ਕਮਾਉਣ ਲੱਗ ਜਾਵਾਂ। ਜਦੋਂ ਉਹ ਹਜ਼ਾਰਾਂ ਕਮਾਉਣ ਲੱਗ ਜਾਂਦਾ ਹੈ, ਫਿਰ ਉਹਦੀ ਦੌੜ ਅੱਗੇ ਵੱਧਦੀ ਹੈ, ਹੁਣ ਲੱਖਾਂ ਦੀ ਕਮਾਈ ਹੋਵੇ। ਔਰ ਜਦੋਂ ਉਹ ਲੱਖਾਂ ਕਮਾ ਕੇ ਆਪਣੇ ਜੀਵਨ ਦੇ ਅੰਦਰ ਖਜ਼ਾਨਾ ਭਰਦਾ ਹੈ, ਫਿਰ ਉਹ ਚਾਹੁੰਦਾ ਹੈ ਹੁਣ ਲੱਖਾਂ ਦੇ ਨਾਲ ਵੀ ਘਰ ਪੂਰਾ ਨਹੀਂ ਹੁੰਦਾ, ਹੁਣ ਕਰੋੜਾਂ ਹੋਣੇ ਚਾਹੀਦੇ ਨੇ। ਪਾਤਸ਼ਾਹ ਜੀ ਕਹਿੰਦੇ ਇੱਦਾਂ ਮਾਇਆ ਦਾ ਇਹੋ ਜਿਹਾ ਪ੍ਰਭਾਵ ਪੈਂਦਾ ਹੈ ਕਿ ਮਨੁੱਖ ਸਦਾ ਹੀ ਭਟਕਦਾ ਰਹਿੰਦਾ ਹੈ। ਇਹਦੇ ਜੀਵਨ ਨੂੰ ਤ੍ਰਿਪਤੀ ਕਦੇ ਨਹੀਂ ਮਿਲਦੀ, ਇਹਦੀ ਭੁੱਖ ਕਦੇ ਨਹੀਂ ਮਰਦੀ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਸਹਿਸ ਖੱਟੇ ਲੱਖ ਕਉ ਉਠਤਾਵੈ, ਤ੍ਰਿਪਤ ਨਾ ਆਵੈ, ਮਾਇਆ ਪਾਛੈ ਪਾਵੈ। ਕਹਿੰਦੇ ਤ੍ਰਿਪਤੀ ਨਹੀਂ ਹੁੰਦੀ, ਬਲਕਿ ਆਪਣੇ ਜੀਵਨ ਵਿੱਚ ਹੋਰ ਭਟਕਣਾ ਪੈਦਾ ਹੁੰਦੀ ਹੈ। ਜਿਵੇਂ ਅੱਜ ਵੀ ਆਪਾਂ ਇਸ ਗੱਲ ਨੂੰ ਪ੍ਰਤੱਖ ਸਮਝ ਸਕਦੇ ਹਾਂ ਕਿ ਮਾਇਆ ਕਦੇ ਵੀ ਟਿਕਣ ਨਹੀਂ ਦਿੰਦੀ, ਮਾਇਆ ਭਟਕਾਉਂਦੀ ਹੈ। ਜਿਹੜਾ ਸੁੱਖ ਮਾਲਕ ਦੇ ਘਰ ਵਿੱਚੋਂ ਮਿਲਿਆ,
ਮਾਇਆ ਇਹੋ ਜਿਹਾ ਭਰਮ ਫੈਲਾਉਂਦੀ ਹੈ ਕਿ ਉਸ ਸੁੱਖ ਦਾ ਵੀ ਆਨੰਦ ਮਾਣਨ ਨਹੀਂ ਦਿੰਦੀ। ਇਹਦੀ ਪ੍ਰਤੱਖ ਉਦਾਹਰਨ ਆਪਾਂ ਸਾਹਮਣੇ ਲੈ ਸਕਦੇ ਹਾਂ ਕਿ ਪੰਜਾਬ ਦੀ ਧਰਤੀ ਦੇ ਉੱਪਰ ਅਨੇਕਾਂ ਇਹੋ ਜਿਹੇ ਪਿਆਰੇ ਨੇ ਜਿਨ੍ਹਾਂ ਦੇ ਕੋਲ ਮਾਲਕ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਦੇ ਬਹੁਤ ਭੰਡਾਰ ਨੇ। ਉਹਨਾਂ ਦੇ ਕੋਲ ਰਹਿਣ ਦੇ ਲਈ ਕਰੋੜਾਂ ਦੀਆਂ ਕੋਠੀਆਂ ਨੇ, ਘੁੰਮਣ ਦੇ ਲਈ ਲੱਖਾਂ ਦੀਆਂ ਗੱਡੀਆਂ ਨੇ, ਔਰ ਜੀਵਨ ਦਾ ਗੁਜ਼ਾਰਾ ਕਰਨ ਦੇ ਲਈ ਕਰੋੜਾਂ ਦੀਆਂ ਜ਼ਮੀਨਾਂ ਨੇ। ਔਰ ਇਸ ਧਰਤੀ ਦੇ ਉੱਪਰ ਉਹ ਸਰਦਾਰ ਬਣ ਕੇ ਆਪਣਾ ਜੀਵਨ ਬਤੀਤ ਕਰਦੇ। ਹੁਣ ਏਡਾ ਵੱਡਾ ਸੁੱਖ ਰੱਬ ਨੇ ਬਖਸ਼ਿਆ ਹੈ, ਪਰ ਮਾਇਆ ਨੇ ਇਹੋ ਜਿਹਾ ਭਰਮ ਪਾਇਆ ਕਿ ਬੰਦਾ ਇਸ ਦੇਸ਼ ਵਿੱਚ ਆਪਣੀਆਂ ਕਰੋੜਾਂ ਦੀਆਂ ਕੋਠੀਆਂ ਛੱਡ ਕੇ, ਆਪਣੀਆਂ ਲੱਖਾਂ ਦੀਆਂ ਗੱਡੀਆਂ ਛੱਡ ਕੇ, ਆਪਣੇ ਜੀਵਨ ਦਾ ਸੁੱਖ ਆਰਾਮ ਤਿਆਗ ਕੇ ਪਰਦੇਸ ਵਿੱਚ ਜਾ ਕੇ ਨੌਕਰਾਂ ਵਾਂਗ ਦਿਹਾੜੀਆਂ ਕਰਦਾ ਫਿਰਦਾ ਹੈ। ਕਾਹਦੀ ਖਾਤਰ? ਵੀ ਹੋਰ ਵੱਡਾ ਸੁੱਖ ਮਿਲ ਜਾਵੇ, ਹੋਰ ਧਨ ਦੌਲਤ ਪ੍ਰਾਪਤ ਹੋ ਜਾਵੇ, ਮੈਂ ਸੁਖੀ ਹੋ ਜਾਵਾਂਗਾ। ਹੁਣ ਜਿਹੜਾ ਰੱਬ ਨੇ ਸੁੱਖ ਦਿੱਤਾ ਉਹਨੂੰ ਤੇ ਮਾਣਿਆ ਨਹੀਂ, ਬਲਕਿ ਹੋਰ ਵੱਡੇ ਸੁੱਖ ਦੀ ਲਾਲਸਾ ਅੰਦਰ ਪੈਦਾ ਕਰਕੇ ਜਿਹੜਾ ਸਰਦਾਰ ਸੀ ਉਹ ਨਾਈਟ ਸ਼ਿਫਟਾਂ ਲਾ ਲਾ ਕੇ ਨੌਕਰ ਬਣਿਆ ਫਿਰਦਾ ਹੈ। ਪਾਤਸ਼ਾਹ ਜੀ ਕਹਿੰਦੇ ਇਹ ਮਾਇਆ ਦਾ ਪ੍ਰਭਾਵ ਹੈ। ਮਾਇਆ ਜਿਹੜੀ ਹੈ ਉਹ ਕੋਲੇ ਪਿਆ ਸੁੱਖ ਲੈਣ ਨਹੀਂ ਦਿੰਦੀ, ਔਰ ਦੂਰ ਪਏ ਸੁੱਖ ਦਾ ਝਲਕਾਰਾ ਦੇ ਕੇ ਸਦਾ ਹੀ ਭਟਕਾਉਂਦੀ ਹੈ, ਸਦਾ ਹੀ ਦੁਖੀ ਕਰਦੀ ਹੈ। ਮੇਰੇ ਸਤਿਗੁਰੂ ਜੀ ਨੇ ਇੱਥੇ ਇਹ ਗੱਲ ਸਮਝਾਈ, ਕਹਿੰਦੇ ਪੁੱਤ ਮਾਇਆ ਜਿਹੜੀ ਹੈ ਇਹ ਦੂਜੇ ਭਾਏ ਹੋਰ ਕਿਸੇ ਪ੍ਰੇਮ ਵਿੱਚ ਮਸਤ ਕਰਦੀ ਹੈ, ਹੋਰ ਕਿਸੇ ਪਦਾਰਥ ਦੇ ਵਿੱਚ ਗਲਤਾਨ ਕਰਦੀ ਹੈ। ਮਾਇਆ ਦੇ ਵਿੱਚ ਗਲਤਾਨ ਹੋਇਆਂ ਕਦੇ ਅਡੋਲਤਾ ਨਹੀਂ। ਮਾਇਆ ਵਿੱਚ ਸਹਿਜ ਨਾ ਊਪਜੈ, ਮਾਇਆ ਦੂਜੇ ਭਾਏ, ਮਨਮੁਖ ਕਰਮ ਕਮਾਵਣੇ, ਹਉਮੈ ਜਲੈ ਜਲਾਏ। ਕਹਿੰਦੇ ਮਨਮੁਖ ਬੰਦਾ ਆਪਣੇ ਮਾਲਕ ਦੇ ਚਰਨਾਂ ਨਾਲੋਂ ਟੁੱਟ ਕੇ ਜਿੰਨੇ ਵੀ ਕਰਮ ਕਮਾਉਂਦਾ ਹੈ ਇਹ ਆਪਣੀ ਹਉਮੈ ਨੂੰ ਵਧਾਉਂਦਾ ਹੈ। ਇਸ ਹਉਮੈ ਦੀ ਅੱਗ ਦੇ ਵਿੱਚ ਹੀ ਸੜਦਾ ਹੈ ਤੇ ਦੂਜੇ ਨੂੰ ਸਾੜਦਾ ਰਹਿੰਦਾ ਹੈ। ਮੇਰੇ ਸਤਿਗੁਰੂ ਜੀ ਕਹਿੰਦੇ ਮਨਮੁਖ ਬੰਦੇ ਦੇ ਕੀਤੇ ਗਏ ਕਰਮ ਜਿਹੜੇ ਨੇ ਨਾ ਉਹ ਜੀਵਨ ਦੇ ਵਿੱਚ ਹਉਮੈ ਦੀ ਅੱਗ ਪੈਦਾ ਕਰਦੇ ਨੇ, ਅਹੰਕਾਰ ਪੈਦਾ ਕਰਦੇ ਨੇ। ਉਹ ਜੀਵਨ ਦਾ ਟਿਕਾਅ ਪੈਦਾ ਨਹੀਂ ਕਰਦੇ। ਸਾਹਿਬ ਜੀ ਕਹਿੰਦੇ ਉਹਦੀ ਜ਼ਿੰਦਗੀ ਦੇ ਵਿੱਚ ਕਦੇ ਵੀ ਅਡੋਲਤਾ ਆਉਂਦੀ ਨਹੀਂ। ਗੁਰੂ ਘਰ ਦੇ ਵਿੱਚ ਇਹੋ ਜਿਹਾ ਹੀ ਬਹੁਤਾਤ ਕਈ ਵਾਰੀ ਆਪਾਂ ਮਾਹੌਲ ਸਿਰਜਿਆ ਹੋਇਆ ਵੇਖਦੇ ਹਾਂ। ਇੱਕ ਗ੍ਰੰਥੀ ਸਿੰਘ ਆਪਣੇ ਜੀਵਨ ਦੀ ਇੱਕ ਅਹਿਮ ਘਟਨਾ ਬਿਆਨ ਕਰਦਾ ਪਿਆ ਸੀ। ਉਹ ਕਹਿੰਦਾ ਮੈਂ ਬਾਹਰਲੀ ਕੰਟਰੀ ਦੇ ਵਿੱਚ ਜਦੋਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਸੇਵਾਦਾਰੀ ਕਰਦਾ ਪਿਆ, ਸੇਵਾਦਾਰੀ ਕਰਦਿਆਂ ਹੋਇਆਂ ਮੈਂ ਗੁਰੂ ਚਰਨਾਂ ਦੇ ਵਿੱਚ ਬੈਠਾ ਹਾਂ, ਔਰ ਮੇਰੀ ਡਿਊਟੀ ਹੈ ਕਿ ਆਈ ਸੰਗਤ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਉਣੀ। ਕਹਿੰਦੇ ਮੈਂ ਆਪਣੀ ਡਿਊਟੀ ਦੇ ਉੱਪਰ ਹਾਜ਼ਰ ਵੀ, ਪਰ ਕੁਝ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਸੇਵਾ ਕਰਨ ਲਈ ਜੁੜਿਆ। ਅਚਾਨਕ ਹੀ ਪ੍ਰਬੰਧਕ ਕਮੇਟੀ ਦਾ ਇੱਕ ਮੈਂਬਰ ਆਉਂਦਾ ਹੈ। ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠ ਕੇ ਕੁਝ ਸੇਵਾ ਨਿਭਾ ਰਿਹਾ। ਉਹਨੂੰ ਕੜਾਹ ਪ੍ਰਸ਼ਾਦ ਕੁਝ ਦੇਰ ਬਾਅਦ ਮਿਲਦਾ ਹੈ। ਉਹ ਗ੍ਰੰਥੀ ਸਿੰਘ ਕਹਿੰਦਾ ਵੀ ਉਹ ਪ੍ਰਬੰਧਕ ਸੱਜਣ ਮੇਰੇ ਕੋਲ ਆ ਕੇ ਇੰਨੀ ਗੱਲ ਕਹਿੰਦਾ ਹੈ
कि तू मैनू कड़ा प्रसाद नहीं दिता, लगदा तेरा चैक रोकना पैना है। हुण ध्यान दे के सुनियो, हौमे किड्डा अपने जीवन अंदर कर्म पैदा कर दिंदी है कि वो ग्रंथी सिंह कहंदा इन्नी क गल ते वो एडा गुस्से विच आके इन्नी गल कहंदा भी लगदा तेरा चैक रोकना पैना, तू सानू इग्नोर करदा पिया, तू मैनू कड़ा प्रसाद नहीं दिता। कोई ये घटना बड़ी ध्यान वाली है भी बहुतात लोग ने जिहड़े मालक दे नाल ते जुड़े नहीं, हौमे दे विच इन्ना सड़दे पए ने कि वो गुरु दे घर विच आके भी अपनी चौधर दिखाउंदे ने, चाकर बन के जीवन बतीत ही नहीं करना चाहुंदे। सतगुरु जी ने इत्थे गल समझाई, कहंदे मनमुख कर्म कमावणे हौमै जलै जलाए। जिहड़े मनमुख बंदे ने ना, वो ते अपनी हौमे दे विच ही सड़दे रहिंदे ने, उन्हां दे जीवन विच टका नहीं। वो ते माड़ी जी गल वेख के ही अपने जीवन विच तड़फ जांदे ने। सतगुरु जी कहंदे उन्हां दे जीवन विच टका किवें बने, सहज किवें बने, अडोलता किवें बने, शांति किवें बने। हुण इत्थे मेरे सतगुरु जी ने ये गल समझाई, कहंदे पुੱਤ चेते रखी, माया दे विच गलतान होया टका नहीं, मालक दे विच लीन होया जिंदगी दा टका मिलदा है। बल्कि माया ते आप डोलदी है। आप पिछे जे ये सारियां विचारां सांझियां कीतियां ने कि जिहड़ी चीज़ आप हिलदी होवे, आप डोलदी होवे, जे उस चीज़ का सहारा लवांगे तो असीं भी डोलांगे, असीं कदे अडोल नहीं हो सकते। तो बाबा कबीर साहब जी कहंदे कबीर माया डोलनी पवन झकोलन हार, ये माया ते डोलदी है। और जिन्ना तू माया का आसरा लवेंगा उन्ना भटकेगा, उन्ना डोलदा रवेंगा, तेनू टका नहीं मिलना। ते रब दे बारे ये शब्द ने कि रब अचल है, निहचल है, अडोल है, वो कदे डोलदा नहीं। ते जे तू रब का सहारा लवेंगा फिर तू भी अडोल हो जावेंगा, तू भी अचल हो जावेंगा, तू भी निहचल हो जावेंगा, तू कदे डोलेगा नहीं। ये टका तेरी जिंदगी नूं प्राप्त होवेगा। सतगुरु जी कहंदे माया डोलदी है, मालक अडोल है। जे जीवन का टका चाहिए फिर मालक दे चरनां नाल जुड़, माया दे चरनां नाल नहीं। इत्थे मेरे सतगुरु जी कहंदे मनमुख कर्म कमावणै हौमै जलै जलाए, जम्मण मरण ना चूकई फिर आवै जाए। उन्हां दे जन्म अते मरण दा गेड़ मुकदा ही नहीं, वो सदा ही भटकदे रहिंदे ने। उन्हां दी जिंदगी दे विच कदे भी टका नहीं, फिर आवै जाए। वो अनेकां विकारां भरमां कर्म कांडां दे विच गलतान हो के भटकी जा रहे ने, उन्होंने सुख नहीं मिलता, टका नहीं मिलता। फिर सतगुरु जी ने 6वें पदे विच कृपा की, त्रिह गुणा बिच सहज न पाई है, त्रै गुण भरम भुलाए, पढ़ीए गुणीए क्या कथीए, जा मुंड हो कुथा जाए। चौथे पद मह सहज है, गुरमुख पल्लै पाए। सतगुरु जी कहंदे माया दे त्रै गुण, रज गुण, तम गुण, सत गुण कहीए, ये तेरी सब माया। साहब जी कहंदे ये माया दे जिहड़े 3 गुण ने ना, रजोगुण, तमोगुण। सतगुरु जी कहंदे रजगुण, तमगुण, सतगुण कही है, ये तेरी सब माया। मेरे मालक जी ये 3 गुणा वाली जिहड़ी माया है ना,
ਇਹਨਾਂ ਤਿੰਨੇ ਗੁਣਾਂ ਦੇ ਵਿੱਚ ਜਿਹੜੇ ਵੀ ਪਿਆਰੇ ਗਲਤਾਨ ਹੋਏ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸਹਿਜ ਕਦੇ ਪੈਦਾ ਨਹੀਂ ਹੁੰਦਾ, ਅਡੋਲਤਾ ਕਦੇ ਪੈਦਾ ਨਹੀਂ ਹੁੰਦੀ। ਉਹ ਮਾਇਆ ਦੇ ਤਿੰਨੇ ਗੁਣਾਂ ਵਿੱਚ ਪੈ ਕੇ ਭਰਮ ਵਿੱਚ ਭਟਕਦੇ ਰਹਿੰਦੇ ਨੇ ਔਰ ਆਪਣੇ ਅਸਲੀ ਮਕਸਦ ਨੂੰ ਭੁੱਲ ਜਾਂਦੇ। ਸਾਹਿਬ ਜੀ ਕਹਿੰਦੇ ਮਾਇਆ ਦੇ ਤਿੰਨੇ ਗੁਣਾਂ ਵਿੱਚ ਗਲਤਾਨ ਹੋਏ ਬੰਦੇ ਧਾਰਮਿਕ ਗ੍ਰੰਥਾਂ ਨੂੰ ਪੜ੍ਹਦੇ ਵੀ ਨੇ, ਧਾਰਮਿਕ ਗ੍ਰੰਥਾਂ ਨੂੰ ਵਿਚਾਰਦੇ ਵੀ ਨੇ ਔਰ ਧਾਰਮਿਕ ਗ੍ਰੰਥਾਂ ਦੀ ਕਥਾ ਕਹਾਣੀ ਵੀ ਕਰਦੇ ਨੇ। ਪਰ ਸਾਹਿਬ ਜੀ ਕਹਿੰਦੇ ਪੜ੍ਹਨ ਦੇ ਨਾਲ, ਵਿਚਾਰਨ ਦੇ ਨਾਲ ਰੱਬ ਦੇ ਇਹਨਾਂ ਧਾਰਮਿਕ ਬਚਨਾਂ ਨੂੰ ਉਚਾਰਨ ਕਰਨ ਦੇ ਨਾਲ ਕੀ ਫਾਇਦਾ ਹੋਵੇਗਾ ਜੇ ਸਾਡਾ ਸਾਰਾ ਕਰਮ ਹੀ ਮਾਇਆ ਦੇ ਲਈ ਹੈ ਜਾਂ ਮੁੱਢੋਂ ਕੁੱਥਾ ਜਾਏ। ਜੇ ਅਸੀਂ ਮੁੱਢ ਤੋਂ ਹੀ ਕੁਰਾਹੇ ਪਏ ਹਾਂ ਫਿਰ ਪੜ੍ਹਨ ਦਾ ਤੇ ਕੋਈ ਲਾਭ ਨਹੀਂ। ਹੁਣ ਬੜਾ ਧਿਆਨ ਦੇਣ ਸ਼ਬਦ ਹੈ, ਭਗਤ ਕਬੀਰ ਸਾਹਿਬ ਮਹਾਰਾਜ ਜੀ ਦਾ ਅਮੋਲਕ ਬਚਨ। ਉਹ ਕਹਿੰਦੇ ਕਿਆ ਪੜ੍ਹੀਐ ਕਿਆ ਗੁਨੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਨੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰਾ। ਉਹ ਕਹਿੰਦੇ ਮੂਰਖਾ ਤੂੰ ਰੱਬ ਦੇ ਨਾਮ ਨਾਲ ਤੇ ਜੁੜਦਾ ਨਹੀਂ, ਫਿਰ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਦਾ, ਧਾਰਮਿਕ ਗ੍ਰੰਥਾਂ ਨੂੰ ਸੁਣਨ ਦਾ ਤੇ ਧਾਰਮਿਕ ਗ੍ਰੰਥਾਂ ਨੂੰ ਵਿਚਾਰਨ ਦਾ ਤੈਨੂੰ ਕੀ ਲਾਭ। ਹੁਣ ਬੜਾ ਧਿਆਨ ਦੇਣ ਸ਼ਬਦ ਹੈ। ਉਹ ਕਹਿੰਦੇ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਦਾ, ਸੁਣਨ ਦਾ, ਗਾਉਣ ਦਾ, ਸੁਣਾਉਣ ਦਾ ਤੈਨੂੰ ਕੀ ਲਾਭ, ਤੂੰ ਮਾਲਕ ਨਾਲ ਤੇ ਜੁੜਦਾ ਨਹੀਂ। ਇਹ ਧਾਰਮਿਕ ਗ੍ਰੰਥ ਵੀ ਤਾਂ ਪੜ੍ਹਦਾ ਪਿਆ, ਤਾਂ ਗਾਉਣਾ ਪਿਆ, ਤਾਂ ਸੁਣਦਾ ਪਿਆ, ਤਾਂ ਸੁਣਾਉਣਾ ਪਿਆ ਕਿ ਮਾਇਆ ਮਿਲੇ। ਹੁਣ ਬੜਾ ਧਿਆਨ ਦੇਣ ਸ਼ਬਦ ਹੈ। ਸਤਿਗੁਰੂ ਜੀ ਦੀ ਪਾਵਨ ਬਾਣੀ ਨੇ ਸਾਡੇ ਸਾਹਮਣੇ ਇਹ ਪ੍ਰਮਾਣ ਰੱਖਿਆ। ਸਾਹਿਬ ਜੀ ਕਹਿੰਦੇ ਜਿੰਨੇ ਵੀ ਧਾਰਮਿਕ ਗ੍ਰੰਥਾਂ ਦਾ ਪਾਠ ਕਰਨ ਵਾਲੇ ਨੇ ਬਹੁਤਾਤ, ਧਾਰਮਿਕ ਗ੍ਰੰਥਾਂ ਦਾ ਪਾਠ ਕਰਨ ਵਾਲੇ, ਧਾਰਮਿਕ ਗ੍ਰੰਥਾਂ ਦਾ ਪਾਠ ਕਰਵਾਉਣ ਵਾਲੇ ਔਰ ਧਾਰਮਿਕ ਅਸਥਾਨਾਂ ਨੂੰ ਚਲਾਉਣ ਵਾਲੇ, ਇਹਨਾਂ ਤਿੰਨੇ ਤਰ੍ਹਾਂ ਦੇ ਲੋਕਾਂ ਦੀ ਦੌੜ ਮਾਇਆ ਤੱਕ ਹੈ, ਮਾਲਕ ਵੱਲ ਹੈ ਹੀ ਨਹੀਂ। ਹੁਣ ਤਿੰਨ ਤਰ੍ਹਾਂ ਦੇ ਲੋਕ ਕਿਹੜੇ ਨੇ? ਪਹਿਲੀ ਸ਼੍ਰੇਣੀ ਹੈ ਜਿਹੜੇ ਧਾਰਮਿਕ ਆਗੂ ਨੇ, ਜਿਹੜੇ ਧਾਰਮਿਕ ਗ੍ਰੰਥਾਂ ਦਾ ਪਾਠ ਕਰਦੇ ਨੇ। ਦੂਜੀ ਸ਼੍ਰੇਣੀ ਹੈ ਜਿਹੜੇ ਧਾਰਮਿਕ ਅਸਥਾਨਾਂ ਦਾ ਪ੍ਰਬੰਧ ਚਲਾਉਂਦੇ ਨੇ, ਪ੍ਰਬੰਧਕ। ਔਰ ਤੀਜੀ ਸ਼੍ਰੇਣੀ ਹੈ ਜਿਹੜੀ ਧਾਰਮਿਕ ਗ੍ਰੰਥਾਂ ਦਾ ਪਾਠ ਕਰਵਾਉਂਦੀ ਹੈ, ਸੰਗਤ। ਹੁਣ ਹਰ ਇੱਕ ਧਰਮ ਦੇ ਵਿੱਚ ਇਹ ਤਿੰਨੇ ਤਰ੍ਹਾਂ ਦੇ ਲੋਕ ਨੇ। ਇੱਕ ਧਾਰਮਿਕ ਆਗੂ ਨੇ, ਇੱਕ ਧਰਮ ਦਾ ਪ੍ਰਬੰਧਕ ਚਲਾਉਣ ਵਾਲੇ ਪ੍ਰਬੰਧਕ ਨੇ, ਤੇ ਤੀਜੇ ਧਾਰਮਿਕ ਸਥਾਨਾਂ ਤੇ ਪਾਠ ਪੂਜਾ ਕਰਵਾਉਣ ਵਾਲੀ ਸੰਗਤ ਹੈ। ਹੁਣ ਤਿੰਨਾਂ ਦਾ ਜਿਹੜਾ ਅਸਲ ਮਨੋਰਥ ਹੈ, ਬਾਣੀ ਇਹ ਗੱਲ ਕਹਿੰਦੀ ਹੈ ਕਿ ਪੰਡਤ ਬਾਚੈ ਪੋਥੀਆਂ, ਨਾ ਬੂਝੈ ਵਿਚਾਰ, ਅੰਨ ਕੋ ਮਤੀ ਦੇ ਚੱਲੇ ਮਾਇਆ ਕਾ ਵਪਾਰ। ਹੁਣ ਧਿਆਨ ਮਾਰਨਾ, ਕਹਿੰਦੇ ਪੰਡਤ ਬਾਚੈ ਪੋਥੀਆਂ, ਨਾ ਬੂਝੈ ਵਿਚਾਰ, ਅੰਨ ਕੋ ਮਤੀ ਦੇ ਚੱਲੇ ਮਾਇਆ ਕਾ ਵਪਾਰ। ਕਹਿੰਦੇ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਵਾਲੇ, ਧਾਰਮਿਕ ਗ੍ਰੰਥਾਂ ਦਾ ਕੀਰਤਨ ਕਰਨ ਵਾਲੇ, ਧਾਰਮਿਕ ਗ੍ਰੰਥਾਂ ਦੀ ਕਥਾ ਵਿਚਾਰ ਕਰਨ ਵਾਲਿਆਂ ਦਾ ਮਨੋਰਥ ਕੀ ਹੈ ਕਿ ਬਹੁਤੀ ਮਾਇਆ ਮਿਲੇ। ਜਿਹੜੇ ਧਰਮ ਦਾ ਪ੍ਰਬੰਧ ਚਲਾਉਂਦੇ ਨੇ ਉਹ ਵੀ ਚਾਹੁੰਦੇ ਨੇ ਵੀ ਸੰਗਤ ਬਹੁਤੀ ਮਾਇਆ ਦਵੇ, ਤੇ ਜਿਹੜੀ ਸੰਗਤ ਪਾਠ ਕਰਵਾਉਂਦੀ ਹੈ ਉਹ ਵੀ ਇਹੀ ਚਾਹੁੰਦੀ ਹੈ ਵੀ ਪਾਠ
ਕਰਵਾਉਣ ਦਾ ਮਨੋਰਥ ਇਹ ਹੈ, ਵੱਡਾ ਕਾਰੋਬਾਰ ਹੋ ਜਾਵੇ, ਮੇਰਾ ਪੁੱਤ ਬਾਹਰ ਚਲਿਆ ਜਾਵੇ, ਮੇਰੇ ਪੁੱਤ ਨੂੰ ਵੱਡੀ ਨੌਕਰੀ ਮਿਲ ਜਾਵੇ। ਕਹਿੰਦੇ ਤਿੰਨੇ ਤਰ੍ਹਾਂ ਦੇ ਲੋਕਾਂ ਦੀ ਇੱਕੋ ਮੰਗ। ਧਾਰਮਿਕ ਗ੍ਰੰਥਾਂ ਦਾ ਪਾਠ ਕਰਨ ਵਾਲਾ ਵੀ ਮਾਇਆ ਕਰਕੇ ਪਾਠ ਕਰਦਾ, ਮਾਲਕ ਲਈ ਨਹੀਂ। ਧਾਰਮਿਕ ਗ੍ਰੰਥਾਂ ਦਾ ਪਾਠ ਕਰਵਾਉਣ ਵਾਲਾ ਵੀ ਮਾਇਆ ਖਾਤਰ ਪਾਠ ਕਰਵਾਉਂਦਾ, ਮਾਲਕ ਲਈ ਨਹੀਂ। ਤੇ ਧਾਰਮਿਕ ਸਥਾਨਾਂ ਦਾ ਪ੍ਰਬੰਧ ਚਲਾਉਣ ਵਾਲਾ ਵੀ ਮਾਇਆ ਲਈ ਹੀ ਸਭ ਕੁਝ ਕਰਦਾ ਹੈ, ਵੀ ਬਹੁਤੀ ਮਾਇਆ ਆਵੇ। ਮਾਲਕ ਲਈ ਕਿਸੇ ਨੇ ਵੀ ਆਪਣੇ ਜੀਵਨ ਨੂੰ ਜੋੜਿਆ ਨਹੀਂ। ਹੁਣ ਸਤਿਗੁਰੂ ਜੀ ਕਹਿਣ ਲੱਗੇ ਤਿੰਨੇ ਤਰ੍ਹਾਂ ਦੇ ਲੋਕ ਮਾਇਆ ਵਿੱਚ ਗਲਤਾਨ। ਹੁਣ ਇੱਥੇ ਮੇਰੇ ਸਤਿਗੁਰੂ ਜੀ ਨੇ ਇਹ ਗੱਲ ਕਹੀ ਕਿ ਦੁਨੀਆ ਦੇ ਲੋਕੋ, ਆਪਣੇ ਜੀਵਨ ਦੇ ਵਿੱਚ ਜੇ ਮੁੱਢ ਤੋਂ ਹੀ ਕੁਰਾਹੇ ਪਏ ਰਵਾਂਗੇ, ਫਿਰ ਪੜ੍ਹਨ ਦਾ, ਸੁਣਨ ਦਾ, ਗਾਉਣ ਦਾ, ਵਿਚਾਰਨ ਦਾ ਕੋਈ ਲਾਭ ਨਹੀਂ। ਬਾਣੀ ਪੜ੍ਹ ਕੇ ਤੇ ਅੰਦਰੋਂ ਅਰਦਾਸ ਹੋਣੀ ਚਾਹੀਦੀ ਸੀ ਕਿ ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਬਿਸਰ ਨਾ ਜਾਈ। ਬਾਣੀ ਪੜ੍ਹ ਕੇ ਤੇ ਅਰਦਾਸ ਹੋਣੀ ਚਾਹੀਦੀ ਸੀ ਕਿ ਮਿਲ ਮੇਰੇ ਪ੍ਰੀਤਮਾ ਜੀਓ, ਤੁਝ ਬਿਨ ਖਰੀ ਨਿਮਾਣੀ, ਮੈਂ ਨੈਣੀ ਨੀਂਦ ਨਾ ਆਵੈ, ਜੀਓ ਭਾਵੈ ਅੰਨ ਨਾ ਪਾਣੀ, ਪਾਣੀ ਅੰਨ ਨਾ ਭਾਵੈ, ਮਰੀਐ ਹਾਵੈ, ਬਿਨ ਪਿਰ ਕਿਉਂ ਸੁਖ ਪਾਈਐ। ਬਾਣੀ ਪੜ੍ਹ ਕੇ ਤੇ ਅਰਦਾਸ ਹੋਣੀ ਚਾਹੀਦੀ ਸੀ ਕਿ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋਂ, ਚਿਰ ਭਇਓ ਦਰਸ਼ਨ ਦੇਖੇ। ਬਾਣੀ ਪੜ੍ਹ ਕੇ ਤੇ ਅਰਦਾਸ ਹੋਣੀ ਚਾਹੀਦੀ ਸੀ ਕਿ ਸਗਲ ਭਵਨ ਕੇ ਨਾਇਕਾ, ਇੱਕ ਛਿਨ ਦਰਸ਼ ਦਿਖਾਏ ਜੀ, ਕਿਰਪਾ ਕਰ ਆਪਣੇ ਦਰਸ਼ਨਾਂ ਦੀ ਦਾਤ ਤੇ। ਪਰ ਬਾਣੀ ਪੜ੍ਹ ਕੇ ਮਾਲਕ ਦੀ ਮੰਗ ਤੇ ਕੀਤੀ ਨਹੀਂ, ਮਾਇਆ ਹੀ ਮੰਗੀ ਜਾ ਰਹੇ ਹਾਂ। ਬਾਣੀ ਪੜ੍ਹ ਕੇ ਦਾਤੇ ਦੀ ਮੰਗ ਤੇ ਕੀਤੀ ਨਹੀਂ, ਦਾਤਾ ਹੀ ਮੰਗੀ ਜਾ ਰਹੇ ਹਾਂ। ਪਾਤਸ਼ਾਹ ਜੀ ਕਹਿੰਦੇ ਫਿਰ ਤੇਰੇ ਜੀਵਨ ਨੂੰ ਟਿਕਾ ਨਹੀਂ ਮਿਲੇਗਾ ਪੁੱਤ, ਤੂੰ ਮੁੱਢ ਤੋਂ ਹੀ ਕੁਰਾਹੇ ਪੈ ਗਿਆ। ਇਸ ਕਰਕੇ ਯਤਨ ਕਰਿਓ। ਦਾਤਾਂ ਚਾਹੀਦੀਆਂ ਨੇ, ਪਰ ਕਿਉਂ ਚਾਹੀਦੀਆਂ ਨੇ ਇਸ ਗੱਲ ਨੂੰ ਸਮਝਿਓ। ਇਸ ਜੀਵਨ ਦਾ ਨਿਰਵਾਹ ਕਰਨ ਦੇ ਲਈ ਇਹਨਾਂ ਦਾਤਾਂ ਦੀ ਲੋੜ ਹੈ। ਤੇ ਜਿਨ੍ਹਾਂ ਨੂੰ ਗੱਲ ਸਮਝ ਲੱਗ ਗਈ ਉਹਨਾਂ ਨੇ ਦਾਤੇ ਨੂੰ ਵਿਸਾਰ ਕੇ ਕਦੇ ਦਾਤਾਂ ਨਹੀਂ ਮੰਗੀਆਂ। ਰੋਜ਼ ਆਪਾਂ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਇਹਨਾਂ ਸ਼ਬਦਾਂ ਦਾ ਕੀਰਤਨ ਸੁਣਦੇ ਹਾਂ। ਜਦੋਂ ਭਗਤ ਕਬੀਰ ਸਿੰਘ ਮਹਾਰਾਜ ਰੱਬ ਦੇ ਸਾਹਮਣੇ ਅਰਦਾਸ ਵਿੱਚ ਜੁੜੇ ਨਾ, ਹੁਣ ਧਿਆਨ ਮਾਰਿਓ, ਉਹਨਾਂ ਨੇ ਕੱਲੀਆਂ ਦਾਤਾਂ ਨਹੀਂ ਮੰਗੀਆਂ। ਉਹ ਅਰਦਾਸ ਬੇਨਤੀ ਕਰਦੇ ਹੋਏ ਕਹਿੰਦੇ, ਭੁੱਖੇ ਭਗਤ ਨਾ ਕੀਜੈ, ਜਹ ਮਾਲਾ ਆਪਣੀ ਲੀਜੈ, ਹਉ ਮੰਗੋ ਸੰਤਨ ਰੇਨਾ, ਮੈਂ ਨਾਹੀ ਕਿਸੀ ਕਾ ਦੇਨਾ, ਮਾਧੋ ਕੈਸੀ ਬਨੇ ਤੁਮ ਸੰਗੇ, ਆਪ ਨਾ ਦੇਹੋ ਤਾਂ ਲੇਵੋ ਮੰਗੇ। ਹੁਣ ਪਹਿਲੀ ਗੱਲ ਕਹਿੰਦੇ ਜੀ ਮੈਨੂੰ ਰੱਬ ਦੇ ਪਿਆਰਿਆਂ ਦੀ ਸੰਗਤ ਦੇ। ਜੇ ਦੂਜੀਆਂ ਦਾਤਾਂ ਮੈਨੂੰ ਚਾਹੀਦੀਆਂ ਨੇ ਤੇਰੇ ਕੋਲੋਂ ਹੀ ਮੰਗਣੀਆਂ ਨੇ, ਮੰਗਣ ਵਿੱਚ ਕੋਈ ਸ਼ਰਮ ਥੋੜੀ ਕਰਨੀ ਹੈ। ਮੈਂ ਆਪ ਨਹੀਂ ਦਵੇਂਗਾ ਤੇਰੇ ਕੋਲ ਮੰਗ ਕੇ ਲੈ ਲਵਾਂਗੇ। ਹੁਣ ਧਿਆਨ ਮਾਰਿਓ, ਮੰਗਿਆ ਕੀ? ਕਹਿੰਦੇ ਦੋਏ ਸਿਰ ਮੰਗੂ ਚੂਨਾ, ਪਾਓ ਘਿਓ ਸੰਗ ਲੂਨਾ, ਅਧ ਸਿਰ ਮੰਗੂ ਦਾਲੇ, ਮੋਕੋ ਦੋਨੋਂ ਵਕਤ ਜਿਵਾਲੇ, ਖਾਟ ਮੰਗੋ ਚੌਪਾਈ, ਸਿਰਹਾਨਾ ਅਬਰ ਤੁਲਾਈ, ਉੱਪਰ ਕੋ ਮੰਗੋ ਖੀਂਦਾ। ਹੁਣ ਆ ਦੁਨਿਆਵੀ ਪਦਾਰਥ ਮੰਗੇ ਨਾ, ਦਾਲ ਮੰਗ ਲਈ, ਆਟਾ ਮੰਗ ਲਿਆ, ਲੂਣ ਮੰਗ ਲਿਆ, ਘਿਓ ਮੰਗ ਲਿਆ, ਸਿਰਹਾਣਾ ਮੰਗ ਲਿਆ, ਤਲਾਈ ਮੰਗ ਲਈ, ਰਜਾਈ ਮੰਗ ਲਈ, ਚਾਰ ਪੈਰਾਂ ਵਾਲੀ ਮੰਜੀ ਮੰਗ ਲਈ, ਇਹ ਸਭ ਕੁਝ ਮੰਗਿਆ। ਪਰ ਧਿਆਨ ਮਾਰਨਾ ਕਿਉਂ? ਕਹਿੰਦੇ ਤੇਰੀ ਭਗਤ ਕਰੇ ਜਨ ਥੀਂਦਾ, ਤਾਂ ਕਿ ਰੱਬਾ ਮੈਂ ਇਹਨਾਂ ਦਾਤਾਂ ਦੀ ਵਰਤੋਂ ਕਰਕੇ ਤੇਰੀ ਭਗਤੀ ਕਰਨ ਜੋਗਾ ਹੋ ਜਾਵਾਂ। ਮੈਂ ਨਾਹੀ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ ਫੱਬੋ। ਕਹਿੰਦੇ ਮੈਂ ਲਾਲਚ ਨਹੀਂ ਕੀਤਾ ਮੰਗਣ ਵਿੱਚ, ਭਾਵ ਤੈਨੂੰ ਭੁਲਾ ਕੇ ਇਹ ਦਾਤਾਂ ਨਹੀਂ ਮੰਗੀਆਂ। ਇਹ ਦਾਤਾਂ ਤਾਂ ਮੰਗੀਆਂ ਕਿ ਇਹਨਾਂ ਦੀ ਯੋਗ ਵਰਤੋਂ ਕਰਕੇ ਮੈਂ ਤੇਰੀ ਭਗਤੀ ਕਰ ਸਕਾਂ, ਤੇਰੀ ਬੰਦਗੀ ਕਰ ਸਕਾਂ। ਮੈਂ ਨਾਹੀ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ ਫੱਬੋ। ਅਸਲ ਵਿੱਚ ਚੰਗਾ ਤੇ ਤੇਰਾ ਨਾਮ ਹੀ ਲੱਗਦਾ।
ਇਹ ਚੀਜ਼ਾਂ ਤੇ ਜ਼ਿੰਦਗੀ ਦਾ ਨਿਰਵਾਹ ਕਰਨ ਦੇ ਲਈ ਮੰਗੀਆਂ ਨੇ। ਫਿਰ ਭਗਤ ਧੰਨਾ ਜੀ ਦਾ ਸ਼ਬਦ ਪੜ੍ਹ ਲਓ, ਉਹ ਰੱਬ ਨੂੰ ਆਵਾਜ਼ ਮਾਰ ਕੇ ਕੀ ਕਹਿੰਦੇ ਨੇ ਕਿ ਗੋਪਾਲ ਤੇਰਾ ਆਰਤਾ, ਹੇ ਗੋਪਾਲ ਮੈਂ ਤੇਰਾ ਮੰਗਤਾ ਹਾਂ, ਭਾਵ ਮੇਰੀ ਪਹਿਲੀ ਮੰਗ ਤੂੰ ਹੈ, ਮੈਂ ਤੈਨੂੰ ਪਹਿਲਾਂ ਮੰਗਦਾ। ਔਰ ਮੇਰਾ ਭਰੋਸਾ ਵੱਜ ਗਿਆ ਕਿ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ, ਜਿਹੜੇ ਪਿਆਰੇ ਤੇਰੀ ਭਗਤੀ ਕਰਦੇ ਨੇ ਤੂੰ ਉਹਨਾਂ ਦਾ ਕਾਰਜ ਸਵਾਰਦਾ ਹੈ। ਇਸ ਕਰਕੇ ਮੈਂ ਤੇਰੀ ਭਗਤੀ ਕਰਨੀ ਤੇ ਕਦੇ ਛੱਡਾਂਗਾ ਹੀ ਨਹੀਂ। ਹੁਣ ਧਿਆਨ ਮਾਰ, ਪਹਿਲੀ ਗੱਲ ਕੀ ਮੰਗੀ? ਗੋਪਾਲ ਤੇਰਾ ਆਰਤਾ, ਮੈਂ ਤੈਨੂੰ ਮੰਗਦਾ, ਤੇਰਾ ਮੰਗਤਾ ਹਾਂ, ਭਾਵ ਮੇਰੀ ਪਹਿਲੀ ਮੰਗ ਦਾਤਿਆ ਤੂੰ ਹੈ। ਔਰ ਦੂਜੀ ਗੱਲ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ, ਭਰੋਸਾ ਵੱਜ ਗਿਆ ਕਿ ਜਿਹੜੇ ਤੇਰੀ ਭਗਤੀ ਕਰਦੇ ਨੇ ਤੂੰ ਉਹਨਾਂ ਦੇ ਕਾਰਜ ਸਵਾਰਦਾ ਹੈ, ਇਸ ਕਰਕੇ ਤੇਰੀ ਭਗਤੀ ਕਰਨੀ ਕਦੇ ਵੀ ਨਹੀਂ ਛੱਡਾਂਗਾ। ਫਿਰ ਦੁਨਿਆਵੀ ਚੀਜ਼ਾਂ ਦੀ ਗੱਲ ਕੀਤੀ ਕਿ ਦਾਲ ਸੀਧਾ ਮੰਗੋ ਘੀਓ, ਹਮਰਾ ਖੁਸ਼ੀ ਕਰੈ ਨਿਤ ਜੀਓ, ਪਨੀਆਂ ਸਾਧਨ ਨੀਕਾ, ਅਨਾਜ ਮੰਗੋ ਸਤ ਸੀਕਾ, ਗਊ ਭੈਸ ਮੰਗੋ ਲਾ ਬੇਰੀ, ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੈ ਮੰਗੀ। ਆ ਦੁਨਿਆਵੀ ਦਾਤਾਂ ਮੰਗੀਆਂ ਜ਼ਰੂਰ, ਪਰ ਦਾਤੇ ਨੂੰ ਭੁਲਾਇਆ ਨਹੀਂ, ਦਾਤੇ ਨੂੰ ਵਿਸਾਰਿਆ ਨਹੀਂ। ਅੱਜ ਸਾਡੇ ਜੀਵਨ ਦੀ ਹਾਲਤ ਇਦਾਂ ਦੀ ਹੈ ਕਿ ਅਸੀਂ ਦਾਤੇ ਨੂੰ ਪਾਸੇ ਕਰਕੇ ਦਾਤਾਂ ਵੱਲ ਹੀ ਤੁਰੇ ਜਾ ਰਹੇ ਹਾਂ। ਅਸੀਂ ਦਾਤਾਂ ਦੇ ਵਿੱਚੋਂ ਵੀ ਦਾਤੇ ਦੇ ਦਰਸ਼ਨ ਦੀਦਾਰ ਨਹੀਂ ਕਰਦੇ ਪਏ, ਉਹਦੀ ਯਾਦ ਨਹੀਂ ਪੈਦਾ ਕਰਦੇ ਪਏ। ਇਸ ਕਰਕੇ ਮੇਰੇ ਸਾਹਿਬ ਜੀ ਕਹਿੰਦੇ ਫਿਰ ਪੜ੍ਹਨ ਦਾ ਕੀ ਫਾਇਦਾ ਹੈ? ਧਾਰਮਿਕ ਗ੍ਰੰਥਾਂ ਦਾ ਪਾਠ ਕਰਨ ਦਾ ਤੈਨੂੰ ਕੀ ਲਾਭ? ਤੂੰ ਜਿੰਨਾ ਪੜ੍ਹਦਾ ਪਿਆ ਓਨੀ ਹੀ ਮਾਇਆ ਮੰਗਦਾ ਪਿਆ। ਤੂੰ ਜਿੰਨਾ ਗਾਉਣਾ ਪਿਆ ਰੱਬੀ ਗੁਣਾਂ ਨੂੰ ਓਨੀ ਹੀ ਮਾਇਆ ਦੀ ਤ੍ਰਿਸ਼ਨਾ ਵਧਾਉਂਦਾ ਪਿਆ। ਤੂੰ ਜਿੰਨੀ ਆਪਣੇ ਰੱਬ ਦੇ ਗੁਣਾਂ ਦੀ ਕਥਾ ਵਿਚਾਰ ਕਰਦਾ ਪਿਆ, ਲਾਲਸਾ ਇਹੀ ਹੈ ਵੀ ਬਹੁਤੀ ਮਾਇਆ ਆ ਜਾਵੇ। ਸਾਹਿਬ ਜੀ ਕਹਿੰਦੇ ਤੂੰ ਮੁੱਢ ਤੋਂ ਹੀ ਕੁਰਾਹੇ ਪੈ ਗਿਆ, ਮੁੱਢ ਤੋਂ ਹੀ ਕੁਰਾਹੇ ਪੈ ਗਿਆ। ਤੈਨੂੰ ਤੇ ਸਮਝਣਾ ਚਾਹੀਦਾ ਸੀ ਮੈਂ ਬਾਣੀ ਤਾਂ ਪੜ੍ਹਦਾ ਕਿ ਦਾਤਿਆ ਮੈਨੂੰ ਤੇਰਾ ਪਿਆਰ ਮਿਲ ਜਾਵੇ। ਮੈਂ ਤੇਰੀ ਬਾਣੀ ਇਸ ਕਰਕੇ ਗਾਉਣਾ ਕਿ ਮੇਰੇ ਦਾਤਿਆ ਮੈਨੂੰ ਤੇਰਾ ਦੀਦਾਰ ਮਿਲ ਜਾਵੇ। ਮੈਂ ਤੇਰੀ ਬਾਣੀ ਦੀ ਕਥਾ ਵਿਚਾਰ ਇਸ ਕਰਕੇ ਕਰਦਾ ਮੈਨੂੰ ਤੇਰੇ ਘਰ ਵਿੱਚ ਸਤਿਕਾਰ ਮਿਲ ਜਾਵੇ। ਇਹ ਤੋਂ ਵੱਧ ਕੇ ਕੁਝ ਵੀ ਨਹੀਂ। ਅਸਲ ਵਿੱਚ ਸਾਡੇ ਜੀਵਨ ਦੀ ਰੀਤ ਤੇ ਇਹ ਹੋਣੀ ਚਾਹੀਦੀ, ਪ੍ਰੀਤ ਤੇ ਇਹ ਹੋਣੀ ਚਾਹੀਦੀ ਸੀ, ਤੇ ਅੱਜ ਹਾਲਾਤ ਇਦਾਂ ਦੇ ਨੇ ਵੀ ਕਈ ਨੇ ਜਿਹੜੇ ਬਾਣੀ ਪੜ੍ਹਨ ਵਾਲੇ ਕਹਿੰਦੇ ਨੇ ਵੀ ਬਾਣੀ ਪੜ੍ਹਨ ਦਾ ਸਾਨੂੰ ਕੀ ਫਾਇਦਾ, ਮਾਇਆ ਤੇ ਮਿਲਦੀ ਨਹੀਂ। ਉਹ ਕਹਿੰਦੇ ਜੀ ਅਸੀਂ ਇਹ ਰਾਹ ਛੱਡ ਦੇਣਾ। ਔਰ ਕਈਆਂ ਦੀਆਂ ਉਦਾਹਰਨਾਂ ਦੇਣ ਲੱਗ ਪਏ ਸਾਡੇ ਵਿਦਵਾਨ, ਪਤਾ ਨਹੀਂ ਕਿਹੋ ਜਿਹੀ ਗੱਲ ਕਰਦੇ ਨੇ ਉਹ ਸਾਡੇ ਵਿਦਵਾਨ ਨਾ। ਕਈ ਇਹੋ ਜਿਹੇ ਲੋਕਾਂ ਦੀਆਂ ਉਦਾਹਰਨਾਂ ਦਿੰਦੇ ਨੇ ਜਿਹੜੇ ਕਹਿੰਦੇ ਜੀ ਆਹ ਵੇਖੋ ਜੀ, ਆਹ ਜਿਹੜਾ ਅੱਜ ਗਾਇਕ ਬਣਿਆ ਇਹ ਪਹਿਲਾਂ ਰਾਗੀ ਹੁੰਦਾ ਸੀ, ਇਹ ਪਹਿਲਾਂ ਰਾਗੀ ਹੁੰਦਾ ਸੀ, ਪਰ ਇਹਨੂੰ ਮਾਇਆ ਉਦੋਂ ਘੱਟ ਮਿਲਦੀ ਸੀ, ਇਸ ਕਰਕੇ ਇਹਨੇ ਬਾਣੀ ਪੜ੍ਹਨੀ ਛੱਡ ਕੇ ਗੰਦੇ ਗੀਤ ਗਾਉਣੇ ਸ਼ੁਰੂ ਕਰਤੇ। ਹੁਣ ਲੋਕ ਮਾਇਆ ਦਿੰਦੇ ਨੇ, ਉਹ ਕਿਤੇ ਦੁਰਗੇ ਰੰਗੀਲੇ ਦਾ ਨਾਂ ਲੈਂਦੇ ਨੇ, ਕਿਤੇ ਦਲੇਰ ਮਹਿੰਦੀ ਦਾ ਨਾਂ ਲੈਂਦੇ ਨੇ, ਉਹ ਕਿਤੇ ਮੀਕੇ ਦਾ ਨਾਮ ਲੈਂਦੇ ਨੇ। ਇਹ ਮਾਇਆ ਦੇ ਪਿੱਛੇ ਮਾਲਕ ਨੂੰ ਛੱਡ ਕੇ ਦੌੜ ਗਏ। ਕੀ ਵਡਿਆਈ ਹੈ ਇਹਨਾਂ ਦੀ? ਸਤਿਗੁਰੂ ਜੀ ਕਹਿੰਦੇ ਹੁਣ ਧਿਆਨ ਮਾਰ ਕੇ ਵੇਖ ਤੇਰਾ ਕਰਮ ਕੀ ਸੀ। ਸਾਡੇ ਵਿਦਵਾਨ ਇਦਾਂ ਦੇ ਲੋਕਾਂ ਦੀਆਂ ਉਦਾਹਰਨਾਂ ਦੇ ਕੇ ਕਹੀ ਜਾਂਦੇ ਨੇ ਵੀ ਤੁਸੀਂ ਵੱਧ ਮਾਇਆ ਦਿਆ ਕਰੋ। ਠੀਕ ਹੈ, ਮਾਇਆ ਸਾਡੇ ਜੀਵਨ ਵਿੱਚ ਹੋਣੀ ਚਾਹੀਦੀ, ਪਰ ਜਿਹੜਾ ਮਾਇਆ ਖਾਤਰ ਹੀ ਬਾਣੀ ਪੜ੍ਹਦਾ ਪਿਆ, ਮਾਇਆ ਖਾਤਰ ਹੀ ਬਾਣੀ ਗਾਉਂਦਾ ਪਿਆ, ਮਾਇਆ ਖਾਤਰ ਹੀ ਬਾਣੀ ਦੀ ਕਥਾ ਵਿਚਾਰ ਕਰਦਾ ਪਿਆ, ਉਹ ਅੱਜ ਨਹੀਂ ਕੱਲ੍ਹ ਵੀ ਗੁਰੂ ਦੇ ਚਰਨਾਂ ਨਾਲ ਟੁੱਟੇਗਾ। ਉਹਨੂੰ ਜਿੰਨੀ ਮਰਜ਼ੀ ਮਾਇਆ ਦੇ ਦਿਓ ਉਹਦਾ ਅੰਦਰ ਨਹੀਂ ਭਰਨਾ, ਭੁੱਲ ਜਾਓ। ਜਿਹੜੇ ਮਾਇਆ ਕਰਕੇ ਹੀ ਇਧਰਲੇ ਪਾਸੇ ਤੁਰੇ ਨਾ, ਉਹਨੂੰ ਜਿੰਨਾ ਕੁਝ ਮਰਜ਼ੀ ਦੇ ਦਿਓ ਉਹ ਕਦੇ ਨਹੀਂ ਕਹੇਗਾ ਮੈਂ ਤ੍ਰਿਪਤ ਹੋ ਗਿਆ।
ਉਹ ਕਦੇ ਹਾਲੇ ਤੱਕ ਕੁਝ ਵੀ ਨਹੀਂ ਬਣਿਆ। ਤੁਸੀਂ ਵੱਡੇ ਵੱਡੇ ਰਾਗੀਆਂ ਤੋਂ ਪੁੱਛ ਕੇ ਵੇਖ ਲਵੋ, ਉਹ ਵੀ ਮਾਇਆ ਪਿੱਛੇ ਲੜੀ ਜਾ ਰਹੇ ਨੇ। ਤੁਸੀਂ ਵੱਡੇ ਵੱਡੇ ਕਥਾ ਜਿਨ੍ਹਾਂ ਦੇ ਕੋਲ ਬਹੁਤ ਕੁਝ ਹੈ, ਕਿਸੇ ਚੀਜ਼ ਦੀ ਘਾਟ ਨਹੀਂ, ਉਹ ਅੱਜ ਵੀ ਭੇਟਾ ਪਿੱਛੇ ਲੜੀ ਜਾ ਰਹੇ ਨੇ। ਕੀ ਕਹਾਂਗੇ? ਮਾਲਕ ਦੇ ਚਰਨਾਂ ਨਾਲ ਜੁੜਿਆਂ ਤ੍ਰਿਪਤੀ ਹੋਣੀ ਆ, ਫਿਰ ਤੇ ਭਾਵੇਂ ਕੋਈ ਕੁਝ ਵੀ ਨਾ ਦਵੇ। ਪਿਆਰਾ ਕਹਿੰਦਾ ਮੇਰੇ ਦਾਤਿਆ, ਮੈਂ ਤੇ ਰਹਿ ਹੀ ਨਹੀਂ ਸਕਦਾ ਤੇਰੀ ਉਸਤਤ ਕਰਨ ਤੋਂ ਬਿਨਾਂ। ਮੈਂ ਤੇ ਤੇਰੀ ਬਾਣੀ ਗਾਉਣ ਤੋਂ ਬਿਨਾਂ, ਬਾਣੀ ਸੁਣਾਉਣ ਤੋਂ ਬਿਨਾਂ, ਬਾਣੀ ਵਿਚਾਰਨ ਤੋਂ ਬਿਨਾਂ, ਬਾਣੀ ਪੜ੍ਹਨ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ। ਉਹਨੂੰ ਤੇ ਟਿਕਾਈ ਨਹੀਂ ਮਿਲਦਾ। ਜਿਨ੍ਹਾਂ ਰੱਬ ਦੇ ਪਿਆਰਿਆਂ ਨੇ ਆ ਏਡਾ ਵੱਡਾ ਗ੍ਰੰਥ ਰਚਿਆ, ਉਹਨਾਂ ਨੇ ਮਾਇਆ ਖਾਤਰ ਰਚਿਆ। ਸਤਿਗੁਰੂ ਜੀ ਨੇ ਰੱਬੀ ਬਾਣੀ ਦਾ ਕੀਰਤਨ ਗਾਇਆ, ਰੱਬੀ ਬਾਣੀ ਦੀ ਕਥਾ ਕੀਤੀ, ਰੱਬੀ ਬਾਣੀ ਦੀ ਵਿਚਾਰ ਕੀਤੀ। ਕਿ ਇਸ ਕਰਕੇ ਕੀਤੀ ਵੀ ਲੋਕ ਮਾਇਆ ਦੇਣ? ਸਤਿਗੁਰੂ ਜੀ ਨੇ ਇਹ ਗੱਲਾਂ ਸਮਝਾਈਆਂ, ਪੁੱਤ ਜਦੋਂ ਤੂੰ ਮਾਲਕ ਦੇ ਚਰਨਾਂ ਨਾਲ ਜੁੜੇਗਾ, ਫਿਰ ਥੋੜੀ ਚੀਜ਼ ਵਿੱਚ ਵੀ ਅੰਦਰ ਦਾ ਟਿਕਾ ਮਿਲ ਜਾਵੇਗਾ। ਨਹੀਂ ਤੇ ਤੁਸੀਂ ਵੇਖ ਲਵੋ, ਪੂਰਾਂ ਦੇ ਪੂਰ ਨੇ, ਪੂਰਾਂ ਦੇ ਪੂਰ। ਹੁਣ ਜੇ ਆਪਾਂ ਨਾਮ ਲਈਏ, ਫਿਰ ਕਹਿੰਦੇ ਜੀ ਨਾਮ ਲਿਆ। ਵੱਡੇ ਵੱਡੇ ਰਾਗੀ ਜਿਹੜੇ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਕਰਦੇ ਰਹੇ, ਸੰਗਤ ਨੇ ਬੜਾ ਪਿਆਰ ਦਿੱਤਾ, ਬੜਾ ਪੈਸਾ ਵੀ ਦਿੱਤਾ। ਬਾਹਰਲੀਆਂ ਕੰਟਰੀਆਂ ਵਿੱਚ ਗਏ, ਕੀਰਤਨ ਛੱਡਿਆ ਤੇ ਟਰੱਕਾਂ ਤੇ ਚੜ੍ਹ ਗਏ, ਟਰੱਕ ਚਲਾਉਣ ਲੱਗ ਪਏ। ਤ੍ਰਿਪਤੀ ਤੇ ਇਦਾਂ ਵੀ ਨਹੀਂ ਹੋਈ ਵੀ ਇੰਨਾ ਸੰਗਤ ਨੇ ਪੈਸਾ ਵੀ ਦਿੱਤਾ, ਇੰਨਾ ਪਿਆਰ ਵੀ ਦਿੱਤਾ, ਉਹ ਤੁਹਾਡੀ ਤ੍ਰਿਪਤੀ ਹਾਲੇ ਵੀ ਨਹੀਂ ਹੋਈ। ਤੁਸੀਂ ਗੁਰੂ ਦੀ ਬਾਣੀ ਗਾਉਣੀ ਛੱਡ ਕੇ ਟਰੱਕਾਂ ਦੇ ਉੱਪਰ ਚੜ੍ਹ ਕੇ ਬੈਠ ਗਏ ਵੀ ਅਸੀਂ ਕੀਰਤਨ ਗਾਉਣਾ ਹੀ ਛੱਡ ਦਿੱਤਾ। ਤੇ ਚੇਤੇ ਰੱਖਿਓ, ਤ੍ਰਿਪਤੀ ਇੱਥੇ ਜਾ ਕੇ ਵੀ ਨਹੀਂ ਹੋਣੀ। ਔਰ ਸਤਿਗੁਰੂ ਜੀ ਨੇ ਇਹ ਗੱਲਾਂ ਸਮਝਾਈਆਂ, ਕਹਿੰਦੇ ਮੁੱਢ ਤੋਂ ਹੀ ਕੁਰਾਹੇ ਪਿਆ ਹੋਇਆ। ਜਿੱਦਣ ਇੱਕ ਓੰਕਾਰ ਕਿਹਾ, ਜੇ ਉਦਣ ਤੋਂ ਹੀ ਆਹ ਗੱਲ ਅੰਦਰ ਵੜ ਗਈ ਕਿ ਹੁਣ ਮਾਇਆ ਮਿਲਣੀ ਚਾਹੀਦੀ ਹੈ, ਮੈਂ ਇੱਕ ਓੰਕਾਰ ਕਿਹਾ, ਕੁਰਾਹੇ ਮੁੱਢੋਂ ਕੁੱਥਾ ਜਾਏ। ਮੁੱਢ ਤੋਂ ਹੀ ਕੁਰਾਹੇ ਪੈ ਗਿਆ। ਜਿੱਦਣ ਇੱਕ ਓੰਕਾਰ ਕਹਿ ਕੇ ਅੰਦਰ ਇਹ ਭਾਵਨਾ ਬਣੇ, ਮੇਰੇ ਮਾਲਕਾ ਮੈਨੂੰ ਤੇਰਾ ਪਿਆਰ ਚਾਹੀਦਾ ਹੈ, ਤੇਰਾ ਦੀਦਾਰ ਚਾਹੀਦਾ ਹੈ, ਤੇਰੇ ਘਰ ਵਿੱਚ ਸਤਿਕਾਰ ਚਾਹੀਦਾ ਹੈ, ਮੈਨੂੰ ਤੇਰੀ ਬਾਣੀ ਦਾ ਉੱਤਮ ਵਿਚਾਰ ਚਾਹੀਦਾ, ਉਦਣ ਤੁਸੀਂ ਇੱਕ ਓੰਕਾਰ ਕਹਿ ਕੇ ਆਪਣੇ ਮਾਲਕ ਦੀ ਰਹਿਮਤ ਦੇ ਪਾਤਰ ਬਣ ਗਏ। ਤੇ ਜਿੱਦਣ ਇੱਕ ਓੰਕਾਰ ਕਹਿ ਕੇ ਵੀ ਮਾਇਆ ਦੇ ਪਿੱਛੇ ਦੌੜ ਲੱਗ ਗਈ ਨਾ, ਉਦਣ ਅਸੀਂ ਮੁੱਢ ਤੋਂ ਹੀ ਕੁਰਾਹੇ ਪੈ ਗਏ। ਚੇਤੇ ਰੱਖਿਓ, ਮੁੱਢ ਤੋਂ ਹੀ ਕੁਰਾਹੇ। ਸਤਿਗੁਰੂ ਜੀ ਕਹਿੰਦੇ ਫਿਰ ਪੜ੍ਹੀ ਹੈ, ਗੁਣੀ ਹੈ, ਕਿਆ ਕਥੀ ਹੈ। ਫਿਰ ਤੈਨੂੰ ਪੜ੍ਹਨ ਦਾ, ਤੈਨੂੰ ਗੁਣਗਾਨ ਕਰਨ ਦਾ, ਤੈਨੂੰ ਕਥਾ ਵਿਚਾਰ ਕਰਨ ਦਾ ਕੀ ਲਾਭ? ਤੂੰ ਤੇ ਮੁੱਢ ਤੋਂ ਹੀ ਕੁਰਾਹੇ ਪੈ ਗਿਆ। ਮੁੱਢ ਤੋਂ ਹੀ ਕੁਰਾਹੇ ਪੈ ਗਿਆ। ਬਾਣੀ ਇਸ ਕਰਕੇ ਪੜ੍ਹਨੀ ਸੀ ਤੇ ਮਾਲਕ ਦੇ ਨਾਲ ਪਿਆਰ ਬਣੇ। ਬਾਣੀ ਇਸ ਕਰਕੇ ਗਾਉਣੀ ਸੀ ਕਿ ਰੱਬ ਨਾਲ ਪਿਆਰ ਬਣੇ। ਬਾਣੀ ਇਸ ਕਰਕੇ ਸੁਣਾਉਣੀ ਸੀ ਕਿ ਦਾਤੇ ਨਾਲ ਪ੍ਰੀਤ ਬਣ ਜਾਵੇ। ਮੈਂ ਵੀ ਜੁੜਦਾ ਹਾਂ, ਬਾਕੀ ਵੀ ਜੁੜ ਜਾਣ। ਇਸ ਕਰਕੇ ਸੁਣਾਉਣੀ ਸੀ, ਇਸ ਕਰਕੇ ਗਾਉਣੀ ਸੀ, ਇਸ ਕਰਕੇ ਪੜ੍ਹਨੀ ਸੀ, ਇਸ ਕਰਕੇ ਵਿਚਾਰਨੀ ਸੀ। ਤੇ ਅੱਜ ਬਾਣੀ ਪੜ੍ਹਨ ਦਾ, ਗੁਣਨ ਦਾ, ਕਥਨ ਕਰਨ ਦਾ ਮਨੋਰਥ ਮਾਇਆ ਰਹਿ ਗਿਆ। ਸਭ ਜੀ ਕਹਿੰਦੇ ਮੁੱਢ ਤੋਂ ਹੀ ਕੁਰਾਹੇ। ਜਿਹੜਾ ਪਹਿਲਾ ਕਦਮ ਪੁੱਟਿਆ ਨਾ, ਉਹੀ ਕੁਰਾਹੇ ਤੁਰ ਪਿਆ। ਅਗਲੇ ਕਦਮ ਤੇ ਫਿਰ ਉਲਟ ਪਾਸੇ ਜਾਣਗੇ, ਮਾਲਕ ਦੇ ਘਰ ਵੱਲ ਕਿਵੇਂ ਚਲੇ ਜਾਣਗੇ। ਜਾਂ ਸ਼ੁਰੂਆਤ ਦੇ ਵਿੱਚ ਹੀ ਤੂੰ ਗਲਤ ਰਸਤੇ ਦੇ ਉੱਪਰ ਚੜ ਗਿਆ, ਗਲਤ ਟਰੈਕ ਪਕੜ ਲਿਆ। ਇਸ ਕਰਕੇ ਯਤਨ ਕਰਿਓ। ਆਪਾਂ ਸਾਰੇ ਹੀ ਹਾਂ, ਆਪਾਂ ਸਾਰੇ ਹੀ ਹਾਂ। ਜਦੋਂ ਮੈਂ ਗੁਰੂ ਦੀ ਗੋਦ ਵਿੱਚ ਬੈਠਾ, ਉਦੋਂ ਇੱਕ ਧਾਰਮਿਕ ਆਗੂ ਦੀ ਨਸੀਹਤ ਲੈਵਲ ਤੇ ਬੈਠਾ। ਜਦੋਂ ਮੈਂ ਤੁਹਾਡੇ ਕੋਲ ਆ ਕੇ ਬੈਠ ਗਿਆ, ਇੱਕ ਸੰਗਤ ਦੇ ਰੂਪ ਵਿੱਚ ਬੈਠ ਗਿਆ। ਜਦੋਂ ਮੈਂ ਕਿਸੇ ਧਾਰਮਿਕ ਸਮਾਗਮ ਦਾ ਪ੍ਰਬੰਧ ਕਰਨ ਲੱਗ ਪਿਆ, ਉਦੋਂ ਪ੍ਰਬੰਧਕ ਸੱਜਣਾ ਦੀ ਸ਼੍ਰੇਣੀ ਵਿੱਚ ਹੈ ਤੇ ਇੱਕੋ ਹੀ ਆ, ਪਰ ਤਿੰਨੇ ਤਰ੍ਹਾਂ ਦੇ ਕਰਮ ਨੇ ਮੇਰੇ।
ਤੇ ਇਸ ਕਰਕੇ ਯਤਨ ਕਰਿਓ ਵੀ ਅਸੀਂ ਤਿੰਨੇ ਤਰ੍ਹਾਂ ਦੇ ਲੋਕ ਹਾਂ। ਇੱਕ ਧਾਰਮਿਕ ਆਗੂ ਨੇ, ਇੱਕ ਧਰਮ ਦਾ ਪ੍ਰਬੰਧ ਚਲਾਉਣ ਵਾਲੇ ਨੇ, ਔਰ ਇੱਕ ਸੰਗਤ ਦੇ ਰੂਪ ਵਿੱਚ ਧਾਰਮਿਕ ਸਥਾਨਾਂ ਤੇ ਪੂਜਾ ਪਾਠ ਕਰਵਾਉਣ ਵਾਲੇ ਨੇ। ਸਾਡਾ ਸਾਰਿਆਂ ਦਾ ਇੱਕੋ ਮਨੋਰਥ ਹੋਵੇ ਕਿ ਅਸੀਂ ਆਪਣੇ ਮਾਲਕ ਨਾਲ ਪਿਆਰ ਕਰਨਾ ਹੈ। ਸਾਡੇ ਅੰਦਰ ਖਿੱਚ ਹੋਵੇ ਕਿ ਅਸੀਂ ਆਪਣੇ ਮਾਲਕ ਦਾ ਦੀਦਾਰ ਕਰਨਾ ਹੈ। ਫਿਰ ਥੋੜੀ ਚੀਜ਼ ਵਿੱਚ ਵੀ ਵੱਡੀ ਬਰਕਤ, ਥੋੜੀ ਚੀਜ਼ ਨਾਲ ਵੀ ਵੱਡਾ ਜੀਵਨ ਦਾ ਟਿਕਾ। ਤੇ ਜੇ ਮਾਲਕ ਸਾਡਾ ਅਸਲ ਨਿਸ਼ਾਨਾ ਨਹੀਂ, ਮਾਇਆ ਹੈ, ਫਿਰ ਜਿੰਨੀ ਮਰਜ਼ੀ ਸਾਨੂੰ ਮਿਲ ਜਾਵੇ, ਜਾਨੀ ਮਰਜ਼ੀ ਤੁਹਾਨੂੰ ਮਿਲ ਜਾਵੇ, ਜਿੰਨੀ ਮਰਜ਼ੀ ਧਰਮ ਦਾ ਪ੍ਰਬੰਧ ਚਲਾਉਣ ਵਾਲਿਆਂ ਨੂੰ ਮਿਲ ਜਾਵੇ, ਟਿਕਾ ਨਹੀਂ ਮਿਲੇਗਾ। ਅਸੀਂ ਬਿਲਕਦੇ ਹੀ ਰਵਾਂਗੇ, ਸਾਨੂੰ ਨਹੀਂ ਟਿਕਾ ਮਿਲੇਗਾ। ਇਸ ਕਰਕੇ ਯਤਨ ਕਰਿਓ ਸਾਡੀ ਬਾਣੀ ਪੜ੍ਹਨ ਦਾ, ਸੁਣਨ ਦਾ, ਸੁਣਾਉਣ ਦਾ, ਗਾਉਣ ਦਾ ਮਨੋਰਥ ਇੱਕੋ ਹੋਵੇ, ਮੈਂ ਆਪਣੇ ਮਾਲਕ ਨਾਲ ਜੁੜਨਾ ਹੈ ਤੇ ਮਨੁੱਖਤਾ ਨੂੰ ਮਾਲਕ ਨਾਲ ਜੋੜਨਾ ਹੈ। ਉਦਣ ਜ਼ਿੰਦਗੀ ਦਾ ਅਸਲ ਜੀਵਨ ਨੂੰ ਟਿਕਾ ਪ੍ਰਾਪਤ ਹੋਵੇਗਾ। ਨਹੀਂ ਸਾਹਿਬ ਜੀ ਕਹਿੰਦੇ ਮੁੱਢ ਤੋਂ ਹੀ ਕੁੱਥਾ ਕੁਰਾਹੇ ਪੈ ਗਿਆ। ਚੌਥੇ ਪਦ ਮੈਂ ਸਹਿਜ ਹੈ ਗੁਰਮੁਖ ਪੱਲੇ ਪਾਏ। ਕਹਿੰਦੇ ਹੇ ਭਾਈ, ਚੌਥੇ ਪਦ ਦੇ ਵਿੱਚ ਹੀ ਜੀਵਨ ਦਾ ਟਿਕਾ ਹੈ। ਭਾਵ ਮਾਇਆ ਦੇ ਤਿੰਨਾਂ ਗੁਣਾਂ ਨੂੰ ਤਿਆਗ ਕੇ ਜਦੋਂ ਮਾਲਕ ਦੇ ਨਾਮ ਵਿੱਚ ਲੀਨ ਹੋਈਦਾ ਹੈ, ਫਿਰ ਗੁਰੂ ਦੀ ਸ਼ਰਨ ਵਿੱਚ ਪੈ ਕੇ ਇਹ ਬਖਸ਼ਿਸ਼ ਮਿਲਦੀ ਹੈ, ਇਹ ਅਡੋਲਤਾ ਮਿਲਦੀ ਹੈ। ਨਿਰਗੁਣ ਨਾਮ ਨਿਧਾਨ ਹੈ, ਸਹਿਜੇ ਸੋਝੀ ਹੋਏ। ਫਿਰ ਪਤਾ ਲੱਗਦਾ ਹੈ ਮਾਲਕ ਪਰਮੇਸ਼ਰ ਦਾ ਨਾਮ ਅਮੋਲਕ ਖਜ਼ਾਨਾ ਹੈ। ਜਦੋਂ ਬੰਦਾ ਅਡੋਲਤਾ ਵਿੱਚ ਟਿਕਦਾ ਹੈ ਨਾ, ਫਿਰ ਉਹਨੂੰ ਸੋਝੀ ਇਸ ਗੱਲ ਦੀ ਹੁੰਦੀ ਹੈ। ਫਿਰ ਉਹ ਇਹ ਨਹੀਂ ਕਹਿੰਦਾ ਰੱਬਾ ਤੂੰ ਮੈਨੂੰ ਕੀ ਦਿੱਤਾ ਹੈ, ਉਹ ਕਹਿੰਦਾ ਰੱਬਾ ਤੂੰ ਮੈਨੂੰ ਆਪਣੀ ਬਾਣੀ ਦੇ ਦਿੱਤੀ ਹੈ, ਸਭ ਤੋਂ ਵੱਡਾ ਖਜ਼ਾਨਾ ਦੇ ਦਿੱਤਾ ਹੈ। ਔਰ ਇਸ ਗੱਲ ਨੂੰ ਚੇਤੇ ਰੱਖਣਾ, ਪਹਿਲੇ ਸਮਿਆਂ ਦੇ ਵਿੱਚ ਨਾ ਨਿਹੰਗ ਸਿੰਘ ਇੱਕ ਸਾਈਡ ਬੈਗ ਪਾ ਕੇ ਰੱਖਦੇ ਸੀ। ਉਹਨੂੰ ਉਹ ਬੈਗ ਨਹੀਂ ਕਹਿੰਦੇ ਸੀ, ਉਹਨੂੰ ਉਹ ਖਜ਼ਾਨਾ ਸਾਹਿਬ ਕਹਿੰਦੇ ਸੀ। ਸਾਈਡ ਦੇ ਉੱਪਰ ਜਿਹੜਾ ਝੋਲਾ ਲਟਕਾ ਕੇ ਰੱਖਦੇ ਸੀ ਨਾ, ਉਹਨੂੰ ਉਹ ਖਜ਼ਾਨਾ ਕਹਿੰਦੇ ਸੀ। ਖਜ਼ਾਨਾ ਖਜ਼ਾਨਾ ਇਸ ਕਰਕੇ ਕਹਿੰਦੇ ਸੀ ਕਿਉਂਕਿ ਉਸ ਝੋਲੇ ਦੇ ਵਿੱਚ ਬਾਣੀ ਦੀਆਂ ਪੋਥੀਆਂ ਹੁੰਦੀਆਂ ਸੀ, ਉਹਨੂੰ ਖਜ਼ਾਨਾ ਕਹਿੰਦੇ ਸੀ। ਤੇ ਜਿਹਦੇ ਕੋਲ ਏਡਾ ਵੱਡਾ ਖਜ਼ਾਨਾ ਹੋਵੇ, ਉਹ ਮੰਗਤਾ ਕਿਵੇਂ ਹੋ ਸਕਦਾ ਹੈ, ਭਿਖਾਰੀ ਕਿਵੇਂ ਹੋ ਸਕਦਾ ਹੈ, ਉਹ ਗਰੀਬ ਕਿਵੇਂ ਹੋ ਸਕਦਾ ਹੈ ਜਿਹਦੇ ਕੋਲ ਏਡਾ ਵੱਡਾ ਖਜ਼ਾਨਾ ਹੈ। ਇਹ ਸੋਝੀ ਆਉਂਦੀ ਹੈ। ਫਿਰ ਬੰਦਾ ਕਹਿੰਦਾ ਮੇਰੇ ਮਾਲਕਾ, ਮੈਨੂੰ ਤੂੰ ਏਡਾ ਵੱਡਾ ਖਜ਼ਾਨਾ ਦੇ ਕੇ ਨਵਾਜਿਆ, ਇੰਨੀ ਵੱਡੀ ਬਖਸ਼ਿਸ਼ ਕਰਕੇ ਸਾਨੂੰ ਨਵਾਜਿਆ ਵੀ ਅਸੀਂ ਮੰਗਤੇ ਤੇ ਹੈ ਹੀ ਨਹੀਂ। ਤੂੰ ਸਾਨੂੰ ਇਹ ਬਾਣੀ ਦਾ ਅਮੋਲਕ ਖਜ਼ਾਨਾ ਬਖਸ਼ਿਸ਼ ਕੀਤਾ ਹੈ। ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਰਤਨ ਲਾਲ ਜਾਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਖਾਵੈਂ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਫਿਰ ਸੋਝੀ ਆਉਂਦੀ ਹੈ, ਇਹ ਬਾਣੀ ਸਾਡੇ ਗੁਰੂ ਨੇ ਕਿੱਡਾ ਵੱਡਾ ਖਜ਼ਾਨਾ ਸਾਨੂੰ ਦਿੱਤਾ ਹੈ। ਸਾਡੇ ਗੁਰੂ ਨੇ ਸਾਨੂੰ ਕਿੱਡਾ ਵੱਡਾ ਖਜ਼ਾਨਾ ਦੇ ਕੇ ਨਵਾਜਿਆ। ਇਹ ਸੋਝੀ ਆਉਂਦੀ ਹੈ ਜਦੋਂ ਅਡੋਲਤਾ ਪ੍ਰਾਪਤ ਹੁੰਦੀ ਹੈ। ਫਿਰ ਗੁਣਵੰਤੀ ਸਲਾਹਿਆ ਸੱਚੇ ਸੱਚੀ ਸੋਏ। ਫਿਰ ਗੁਣਾਂ ਵਾਲਿਆਂ ਨੇ ਨਾ ਆਪਣੇ ਮਾਲਕ ਪਰਮੇਸ਼ਰ ਦੀ ਸਿਫਤ ਸਲਾਹ ਕੀਤੀ। ਉਹ ਸਦਾ ਸਥਿਰ ਰਹਿਣ ਵਾਲੇ ਮਾਲਕ ਦੇ ਸ਼ੋਭਾ ਦੇ ਵਿੱਚ ਆਪਣੇ ਆਪ ਨੂੰ ਜੋੜਦੇ। ਫਿਰ ਸਦਾ ਸਥਿਰ ਰਹਿਣ ਵਾਲੇ ਮਾਲਕ ਦੀ ਸ਼ੋਭਾ ਕਰਨ ਕਰਕੇ ਉਹਨਾਂ ਪਿਆਰਿਆਂ ਨੂੰ ਵੀ ਸਦਾ ਸਥਿਰ ਰਹਿਣ ਵਾਲੀ ਸ਼ੋਭਾ ਮਿਲ ਗਈ। ਭੁੱਲਿਆਂ ਸਹਿਜ ਮਿਲਾਏ ਸੀ, ਸ਼ਬਦ ਮਿਲਾਵਾ ਹੋਏ। ਕਹਿੰਦੇ ਭਾਈ ਜਿਹੜੇ ਭੁੱਲ ਕੇ ਕੁਰਾਹੇ ਪੈ ਗਏ ਸੀ ਨਾ, ਜਦੋਂ ਗੁਰੂ ਦੀ ਬਖਸ਼ਿਸ਼ ਹੋ ਗਈ, ਗੁਰੂ ਦੀ ਰਹਿਮਤ ਹੋ ਗਈ, ਫਿਰ ਉਹਨਾਂ ਨੂੰ ਸਹਿਜ ਪ੍ਰਾਪਤ ਹੋਇਆ। ਔਰ ਇਸ ਸਹਿਜ ਨੇ, ਅਡੋਲਤਾ ਨੇ, ਟਿਕਾ ਨੇ ਮਾਲਕ ਦੇ ਚਰਨਾਂ ਨਾਲ ਮਿਲਾ ਦਿੱਤਾ। ਸ਼ਬਦ ਮਿਲਾਵਾ ਹੋਏ, ਫਿਰ ਉਹ ਸ਼ਬਦ ਦੁਆਰਾ ਆਪਣੇ ਮਾਲਕ ਦੇ ਵਿੱਚ ਲੀਨ ਹੋਏ।
मिल गए। सतगुरु जी कहते पुੱਤ गुरु दे शब्द नूं बड़े प्रेम दे नाल, बड़ी भावना दे नाल, बड़ी शरधा दे नाल, बड़े टका नाल पढ़िया कर। इस बाणी दे नाल धक्का ना करिया कर। हुंदा है असीं टाइम वेखदे आ, मेरे को इन्ना क वक्त है, जल्दी जल्दी पाठ कर लवां। ये कदे भी वड्डी गलती नहीं करनी चाहिए। बहुत वड्डी गलती कर रहे हैं असी, बहुत वड्डी गलती करते पे हाँ। भुल के भी ये वड्डी गलती ना करियो भी मेरे को वक्त घट है, इस करके मैं छेती पाठ करके इनू संपूर्ण करा। नहीं, तुहाडे कोल वक्त घट है, उन्नी बाणी घट पढ़ लवो, पर प्यार दे नाल पढ़ियो, सत्कार दे नाल पढ़ियो, भावना नाल पढ़ियो, शरधा दे नाल पढ़ियो। उन्नी क बाणी दे नाल ही तुहाडे जीवन दा भला हो जाना है। ते जे असीं इन्नी तेज पढ़ी, फिर उस बाणी दे नाल साडे जीवन नूं रस प्राप्त नहीं होना। मैं ये गल कही जरूर सी कि जदों आपां भोजन प्रशादा छकदे हैं ना, साडे बच्चे बड़ी तेज तेज प्रशादा छकन, आपां कहने नहीं पुੱਤ राम नाल छक। क्यों? क्योंकि जे ये भोजन तू आराम नाल छकेगा, ये भोजन तेनू स्वाद भी लगेगा, फिर ये भोजन तेरी तंदुरुस्ती भी बनावेगा ते तेरी ताकत भी बनेगा। छेती छेती भोजन नहीं छकना चाहिए, आराम नाल प्रेम नाल छकना चाहिए। आपां बच्चों नूं ये सिखाउने हैं। ते एक गुरु के शब्द का लंगर, ये गुरु के शब्द का लंगर, फिर इनू भी तो आराम नाल छकना चाहिए ना। फिर ये रस भी दवेगा, फिर ये तंदुरुस्ती भी बनेगा, तो साडे जीवन की ताकत भी बनेगा। इत्थे 7वें पदे तक आपां गुरु के बचनों की विचार सांझी की।